ਭਾਜੀ ਇੱਕ ਵਾਰੀ ਦੁਬਾਰਾ ਸ਼ੁਰੂ ਕਰ ਦੋਗੇ ਕਾਈਂਡਲੀ? ਇੱਕ ਵਾਰੀ ਭਾਈ ਦੱਸ ਦਿਓ, ਸਾਰਾ ਬਰੀਫ ਕਰ ਦਿਓ ਦੁਬਾਰਾ ਬਰੀਫ ਕਰ ਦਿਓ। ਮਕਸਦ ਤੇ ਭਾਜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਰੇ ਦੱਸੋ। ਉਹ ਤੁਹਾਨੂੰ ਭਾਜੀ ਪਹਿਲਾਂ ਦੱਸ ਹੀ ਚੁੱਕੇ ਆ ਜੀ ਵੀ ਜਿਹੜਾ ਅਸੀਂ ਉਹਦੇ ਟਰੈਕਟਰ ਮਾਰਚ ਕੀਤਾ ਸੀਗਾ ਤੇ ਸ਼ਾਮ ਨੂੰ ਸਾਨੂੰ ਸਾਡੀ ਮੀਟਿੰਗ ਫਿਕਸ ਕਰਵਾਈ ਸੀਗੀ ਸਰਕਾਰ ਦੇ ਨਾਲ। ਉਹਨਾਂ ਨੇ ਕਿਹਾ ਸੀ ਬਸ ਤੁਸੀਂ ਇੱਥੇ ਵਾਈਪੀਐਸ ਚੌਂਕ ਦੇ ਤੇ ਇੱਥੇ ਸ਼ਾਂਤਮਈ ਬੈਠ ਜਾਓ। ਇੱਥੋਂ ਤੱਕ ਵੀ ਕਿਹਾ ਸੀ ਤੁਹਾਨੂੰ ਪਾਣੀ ਵਗੈਰਾ ਦਾ ਪ੍ਰਬੰਧ, ਵਾਸ਼ਰੂਮ ਵਗੈਰਾ ਦੇ ਪ੍ਰਬੰਧ ਇੱਥੇ ਕਰਵਾਏ ਜਾਣਗੇ। ਪਰ ਅੱਜ ਅਸੀਂ ਸੁਬਾਹ ਕੀ ਦੇਖਿਆ, ਸਾਡੇ ਦੇ ਪਰਚੇ ਉਹਨਾਂ ਨੇ ਜਿਹੜੇ ਜੀ ਦਰਜ ਕੀਤੇ ਜੀ। ਤੁਹਾਡੀ 4 ਤਰੀਕ ਦੀ ਮੀਟਿੰਗ ਕਿਸ ਨਾਲ ਫਿਕਸ ਕੀਤੀ ਗਈ ਹੈ ਜੀ, ਦੱਸ ਸਕਦੇ ਹੋ? 4 ਤਰੀਕ ਦੀ ਮੀਟਿੰਗ ਬਾਰੇ ਜੀ ਸੰਬੰਧਿਤ ਅਧਿਕਾਰੀਆਂ ਨਾਲ, ਹਾਂਜੀ ਸੰਬੰਧਿਤ ਅਧਿਕਾਰੀਆਂ ਨਾਲ ਹੀ ਕੀਤੀ ਗਈ ਹੈ ਜੀ। ਤੁਹਾਨੂੰ ਕੀ ਲੱਗਦਾ ਸਰ, ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋ ਤੁਸੀਂ, ਤੁਹਾਨੂੰ ਕੀ ਲੱਗਦਾ ਮੀਟਿੰਗ ਦਾ ਕੁਝ ਹੱਲ ਨਿਕਲੇਗਾ ਤੁਹਾਡਾ? ਅਸੀਂ ਤਾਂ ਹੱਲ ਕਰਾਉਣ ਦੀ ਖਾਤਰ ਹੀ ਉਦੋਂ ਪ੍ਰੋਟੈਕਟ ਕਰ ਰਹੇ ਸੀ। ਵੇਖੋ ਸ਼ਾਂਤਮਈ ਉੱਥੇ ਬੈਠੇ ਹਾਂ ਇੰਨੇ ਟਾਈਮ ਦੇ। ਜਿੱਦਾਂ ਪ੍ਰਧਾਨ ਸਾਹਿਬ ਨੇ ਦੱਸਿਆ 15 ਤਰੀਕ ਨੂੰ ਅਸੀਂ ਟਰੈਕਟਰ ਮਾਰਚ ਦਾ ਪ੍ਰੋਗਰਾਮ ਲਿਖਿਆ ਸੀਗਾ ਜੀ। ਉਸ ਦਿਨ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ। ਇਹੋ ਕਿਹਾ ਸੀਗਾ ਵੀ ਅਸੀਂ 15 ਦਿਨ ਦਾ ਤੁਹਾਨੂੰ ਹੋਰ ਸਮਾਂ ਦਿੰਦੇ ਹਾਂ ਵੀ ਉਹਨੇ ਟਾਈਮ ਦੇ ਵਿੱਚ ਸਰਕਾਰ ਸਾਨੂੰ ਬੁਲਾਵੇ, ਸਾਡੀ ਕੋਈ ਗੱਲਬਾਤ ਜਿਹੜੀ ਸੁਣੇ। ਪਰ ਸਾਡਾ ਕਿਸੇ ਨੇ ਕੋਈ ਬਾਂਹ ਨਹੀਂ ਫੜੀ ਜੀ। ਹੁਣ ਉਸ ਦਿਨ ਵੀ ਜਿੱਦਾਂ ਪ੍ਰਧਾਨ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਸਾਨੂੰ ਉਧਰ ਨੂੰ ਸ਼ਹਿਰ ਵੱਲ ਕੂਚ ਕਰਨ ਨੂੰ ਕਿਹਾ ਜਾ ਰਿਹਾ ਸੀਗਾ। ਅਸੀਂ ਕਿਹੜਾ ਕੋਈ ਇੱਥੇ ਨੁਕਸਾਨ ਪਹੁੰਚਾਉਣ ਆਏ ਸੀਗੇ ਜੀ। ਸਾਡਾ ਤਾਂ ਇੱਕ ਸ਼ਾਂਤਮਈ ਜਿਹੜਾ ਟਰੈਕਟਰ ਮਾਰਚ ਹੈ ਜਿਹੜਾ ਅਸੀਂ ਮਹਿਲ ਦੇ ਦੁਆਲੇ ਦੀ ਕਰਕੇ ਫਿਰ ਉੱਥੇ ਮਤਲਬ ਵਾਈਫ ਚੌਂਕ 'ਚ ਬਹਿ ਜਾਵਾਂਗੇ। ਕੀ ਰਣਨੀਤੀ ਰਹੇਗੀ ਤੁਹਾਡੀ ਹੁਣ ਆਉਣ ਵਾਲੇ ਟਾਈਮ ਤੇ? ਕੀ ਰਣਨੀਤੀ ਰਹੇਗੀ ਅਗਰ 4 ਤਰੀਕ ਦੀ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲੇ? ਜਿੱਦਾਂ ਸਾਡੇ ਆਗੂ ਕਹਿਣਗੇ ਅਸੀਂ ਤਾਂ ਉਦਾਂ ਤਿਆਰ ਹਾਂ ਜੀ। ਠੀਕ ਹੈ। ਪ੍ਰੈਸ ਕਾਨਫਰੰਸ ਕਰਨ ਦਾ ਮਕਸਦ ਕੀ ਹੈ? ਸਾਡਾ ਮਕਸਦ ਹੈ ਜੀ, ਕਿਉਂਕਿ ਸਾਡਾ ਤਕਰੀਬਨ ਇੱਥੇ 40 ਦਿਨ ਵਾਈਪੀਐਸ ਚੌਂਕ 'ਚ ਹੋ ਗਏ ਸੀਗੇ ਤੇ ਬੜਾ ਅਸੀਂ ਸਬਰ ਤੇ ਸ਼ਾਂਤੀ ਨਾਲ ਬੈਠੇ ਸੀ। ਕੱਲ ਸਾਨੂੰ ਅੱਜ ਸਵੇਰੇ ਨਿਊਜ਼ਪੇਪਰ ਤੋਂ ਪਤਾ ਲੱਗਿਆ ਬਾਈ ਨੇਮ ਮੇਰੇ ਤੇ ਪਟਿਆਲੇ ਦੇ ਪ੍ਰਧਾਨ ਸਾਹਿਬ ਤੇ ਸਾਡੇ 100 ਕਿਸਾਨਾਂ ਤੇ ਪਰਚਾ ਦਰਜ ਕਰਤਾ ਸਰਕਾਰ ਨੇ। ਮੈਂ ਉਹ ਦੁਕਾਨ ਦੱਸਣਾ ਚਾਹੁੰਦਾ, ਜੇ ਅਸੀਂ ਕੋਈ ਬਹੁਤ ਵੱਡਾ ਕ੍ਰਾਈਮ ਕੀਤਾ ਸੀਗਾ ਤੇ ਸਾਨੂੰ ਫੜ ਕੇ ਅੰਦਰ ਅਰੈਸਟ ਕਰ ਲੈਂਦੇ ਪਹਿਲੇ ਦਿਨ ਹੀ। ਸਾਡੇ ਨਾਲ ਮੀਟਿੰਗ ਕਿਉਂ ਕੀਤੀ ਸਰਕਾਰ ਨੇ? ਔਰ ਜੇ ਪਰਚਾ ਦਰਜ ਬਣਦਾ ਸੀਗਾ ਤਾਂ ਕੈਪਟਨ ਸਾਹਿਬ ਤੇ ਉਹਨਾਂ ਦੇ ਅਧਿਕਾਰੀਆਂ ਤੇ ਬਣਦਾ ਸੀ, ਜਿਨ੍ਹਾਂ ਨੂੰ ਅਸੀਂ 15 ਦਿਨ ਪਹਿਲਾਂ ਦੱਸਤਾ ਸੀ ਕਿ ਸਾਡੀ ਮੀਟਿੰਗ ਕਰਾ ਦਿਓ ਤੇ ਨਹੀਂ ਅਸੀਂ ਕਰਾਂਗੇ। ਹੁਣ ਵੀ ਮੀਟਿੰਗ ਹੀ ਕਰਾਈ ਹੈ ਤੇ ਜੇ ਅਸੀਂ ਗਲਤ ਸੀ ਫਿਰ ਸਾਡੀ ਮੀਟਿੰਗ ਕਿਉਂ ਕਰਾਈ ਗਈ? ਮੀਟਿੰਗ ਦਾ ਸਾਨੂੰ ਸੱਦਾ ਕਿਉਂ ਦਿੱਤਾ ਕਿ ਤੁਸੀਂ 4 ਤਰੀਕ ਨੂੰ ਮੀਟਿੰਗ ਕਰ ਲਿਓ? ਕਿਉਂ ਸਾਨੂੰ ਕਿਹਾ ਗਿਆ ਟਰੈਕਟਰ ਪਿੱਛੇ ਲੈ ਜਾਓ? ਕਿਉਂ ਸਾਨੂੰ ਕਿਹਾ ਗਿਆ ਤੁਸੀਂ ਇੱਥੇ ਬੈਠ ਜਾਓ? ਫਿਰ ਜਿਹੜੇ ਅਧਿਕਾਰੀ ਹੈ ਤੇ ਸਾਰਿਆਂ ਦੇ ਪਰਚਾ ਦਰਜ ਬਣਦਾ ਤੇ ਸਾਰਿਆਂ ਤੇ ਕਰਨ। ਇਹ ਇੱਕ ਪਾਸੇ ਵਾਲਾ ਜਿਹੜਾ ਫਾਰਮੂਲਾ ਹੈ ਇਹ ਮੈਨੂੰ ਸਮਝ ਨਹੀਂ ਆਇਆ। ਇੱਕ ਪਾਸੇ ਤਾਂ ਇਹਨਾਂ ਦੇ ਮੁਲਾਜ਼ਮ ਕਹਿੰਦੇ ਆ ਕਿ ਤੁਸੀਂ ਚਲੋ ਆਹ ਨਹੀਂ ਆਹ ਕਰ ਲਓ। ਅਸੀਂ ਕ੍ਰਾਈਮ ਕੀਤਾ ਸੀਗਾ ਤੇ ਸਾਨੂੰ ਫੜ ਕੇ ਅੰਦਰ ਦੇ ਦਿੰਦੇ, ਫਿਰ ਰੌਲਾ ਕੀ ਸੀਗਾ? ਸਾਨੂੰ ਇਸ ਕ੍ਰਾਈਮ ਕਰਨ ਲਈ ਮਜਬੂਰ ਕਿਹਨੇ ਕੀਤਾ? ਮੇਰੇ ਕਿਸੇ ਕਿਸਾਨ ਨੇ ਕੋਈ ਕ੍ਰਾਈਮ ਨਹੀਂ ਕੀਤਾ। ਮੈਂ ਖੁਦ ਐਡਮਿਟ ਕਰਦਾ ਕਿ ਮੈਂ ਉਦੋਂ ਜਿਹੜਾ ਹੈਗਾ ਇਹਨੂੰ ਸਾਰਾ ਜਿਹੜਾ ਮਾਰਚ ਸੀਗਾ ਇਹਨੂੰ ਲੈ ਕੇ ਚੱਲਿਆ ਤੇ ਮੈਂ ਰਿਸਪੌਂਸਿਬਿਲਟੀ ਲੈਣਾ। ਤੇ ਜਿਹੜੇ ਇਹਨਾਂ ਦੇ ਅਫਸਰ ਹੈ, ਮੇਰੇ ਤਾਂ ਜਿਹੜੀ ਸਜ਼ਾ ਬਣਦੀ ਹੈ, ਜਿਹੜੀਆਂ ਧਾਰਾਵਾਂ ਬਣਦੀਆਂ ਮੈਂ ਕਬੂਲ ਕਰਦਾ ਉਹਨਾਂ ਤੇ ਸਾਰੀਆਂ ਤੇ। ਮੈਂ ਕੋਈ ਵਕੀਲ ਖੜਾ ਨਹੀਂ ਕਰਦਾ, ਪਰ ਮੇਰੇ ਬਿਆਨ ਦੇ ਆਧਾਰ ਤੇ ਕੈਪਟਨ ਸਾਹਿਬ ਤੇ ਉਹਨਾਂ ਦੇ ਅਧਿਕਾਰੀਆਂ ਤੇ ਜਿਨ੍ਹਾਂ ਤੋਂ ਕੁਤਾਹੀ ਹੋਈ ਹੈ 15 ਦਿਨ ਦਿੱਤੇ ਗਏ ਹੈ ਤੇ 40 ਦਿਨ ਅਸੀਂ ਉੱਥੇ ਤਪੱਸਿਆ ਕੀਤੀ ਆ ਮੱਛਰਾਂ ਦੇ ਵਿੱਚ। ਕੱਲੇ ਤੇ ਪਰਚਾ ਬਣਦਾ ਬਾਈ ਨੇਮ ਪਰਚਾ ਦੇਣ, ਮੇਰੇ ਬਿਆਨ ਦੇ ਆਧਾਰ ਤੇ ਪਰਚਾ ਦੇਣ। ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਮੁੱਖ ਮੰਤਰੀ ਬਣਾਇਆ ਉਹਨਾਂ ਦੀ। ਉਸ ਤੋਂ ਬਾਅਦ ਬਣਦੀ ਉਹਨਾਂ ਦੇ ਅਧਿਕਾਰੀਆਂ ਦੀ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਆ, ਜਿਨ੍ਹਾਂ ਨੇ ਜ਼ਿੰਮੇਵਾਰੀ 'ਚ ਕੁਤਾਹੀ ਵਰਤੀ ਹੈ। ਮੈਂ ਐਡਮਿਟ ਕਰਦਾ ਬਤੌਰ ਕੋਆਰਡੀਨੇਟਰ ਕਿਸਾਨਾਂ ਦਾ ਕਿ ਜਿਹੜਾ ਇਹ ਪਰਚਾ ਮੇਰੇ ਤੇ ਬਣਦਾ ਮੈਂ 100% ਇਸ ਦੀ ਜ਼ਿੰਮੇਵਾਰੀ ਲੈਣਾ। ਮੈਂ 1% ਡੋਲਦਾ ਨਹੀਂ, ਮੈਂ 1% ਪਰਾਂ ਨਹੀਂ ਹਟਦਾ। ਮੈਂ ਇੱਥੇ ਬੈਠਾ ਖੁੱਲੀ ਥਾਂ ਤੇ, ਆ ਸਾਹਮਣੇ ਚੌਂਕੀ ਹੈ, ਤੇ ਜੇ ਮੇਰਾ ਐਡਾ ਵੱਡਾ ਫੈਸਲਾ ਤੇ ਫੜ ਕੇ ਅੰਦਰ ਦੋ, ਰੌਲਾ ਕਿਸ ਗੱਲ ਦਾ? ਮੈਂ ਕਹਿੰਦਾ ਕਿ ਮੇਰੀ ਰਿਸ਼ਤੇਦਾਰੀ ਹੈ ਕੈਪਟਨ ਸਾਹਿਬ ਨਾਲ ਤੇ ਸਾਡੀ ਰਿਸ਼ਤੇਦਾਰੀ ਰਹਿਣੀ ਚਾਹੀਦੀ ਹੈ ਕੋਟਾਂ 'ਚ। ਅਸੀਂ ਇਕੱਠੇ ਕੋਟਾਂ 'ਚ ਤਰੀਕਾ ਭੁਗਤੀਏ। ਮੈਂ ਤਾਂ ਜੱਟ ਦਾ ਪੁੱਤ ਹਾਂ ਤੇ ਮੈਨੂੰ ਕੋਈ ਫਰਕ ਨਹੀਂ ਪੈਣਾ, ਨਾ ਮੈਂ ਪਿਘਲਣਾ। ਤੇ ਫਿਰ ਪਤਾ ਲੱਗੂ ਪਰਚੇ ਦਈ ਦੇ ਕਿਵੇਂ ਆ ਤੇ ਪਰਚੇ ਦੇਣ ਵਾਲੇ ਨੂੰ ਵੀ ਪਤਾ ਲੱਗੂਗਾ ਪਰਚੇ ਦੇਣ ਤੋਂ ਬਾਅਦ ਨਿਭਾਈ ਦੇ ਕਿਵੇਂ ਆ। ਮੈਂ ਬਸ ਇੰਨੀ ਕੀ ਗੱਲ ਕਰਨੀ ਸੀ, ਬੜੀ ਸ਼ਾਰਟ ਰੱਖਣੀ ਸੀ। ਹੋਰ ਕੋਈ ਸਵਾਲ ਤੁਹਾਡਾ ਪ੍ਰੈਸ ਵਾਲਿਆਂ ਦਾ ਹੋਵੇ ਇੱਥੋਂ ਲੈ ਸਕਦੇ। ਪ੍ਰਦਰਸ਼ਨ ਜਿਸ ਦਿਨ ਤੁਹਾਡੇ ਵੱਲੋਂ ਕੀਤਾ ਗਿਆ ਜੀ, ਪਟਿਆਲਾ ਵਾਸੀਆਂ ਦਾ ਕਹਿਣਾ ਹੈ ਜਾਂ ਜੋ ਜਿਨ੍ਹਾਂ ਨੂੰ ਦਿੱਕਤਬਾਜੀ ਹੋਈ ਹੈ, ਕੁਝ ਐਂਬੂਲੈਂਸਾਂ ਨੂੰ ਰੋਕਿਆ ਗਿਆ, ਐਂਬੂਲੈਂਸਾਂ ਦੇ ਵਿੱਚੋਂ ਡੈੱਡ ਬੋਡੀਆਂ ਵੀ ਚੈੱਕ ਕੀਤੀਆਂ ਗਈਆਂ ਨੇ, ਉਸ ਦੇ ਬਾਰੇ ਤੁਸੀਂ ਕੀ ਤੁਹਾਡੇ ਮੈਂਬਰ ਵੱਲੋਂ? ਹਾਂ, ਮੈਂ ਤੁਹਾਨੂੰ ਦੱਸਦਾ ਜੀ, ਸਾਡਾ ਜਦੋਂ ਇਹ ਰੋਸ ਮਾਰਚ ਦਾ ਸੀ 15 ਤਰੀਕ ਦਾ, ਸਾਡੀਆਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ, ਕੱਲੀ ਗੱਲ ਤੇ ਵਾਰਤਾਲਾਪ ਹੋਈ ਹੈ। ਮੈਂ ਉਹਨਾਂ ਨੂੰ ਸਿਰਫ ਇੱਕ ਗੱਲ ਦੱਸੀ ਹੈ ਕਿ ਅਸੀਂ ਆਹ ਏਰੀਆ ਕਵਰ ਕਰਨਾ। ਸਾਡਾ ਰੋਸ ਕੈਪਟਨ ਸਾਹਿਬ ਨਾਲ ਹੈ, ਪਟਿਆਲੇ ਨਾਲ ਸਾਡਾ ਕੋਈ ਰੋਸ ਨਹੀਂ ਹੈਗਾ ਕਿਸੇ ਪ੍ਰਕਾਰ ਦਾ ਵੀ।
ਸਾਨੂੰ ਸਾਰੇ ਪ੍ਰਸ਼ਾਸਨ ਵੱਲੋਂ ਜ਼ੋਰ ਲਾਇਆ ਗਿਆ ਕਿ ਤੁਸੀਂ ਪਰਲਾ ਪਾਸਾ ਚਾਹੇ ਪਟਿਆਲੇ ਜਿੱਥੇ ਮਰਜ਼ੀ ਆਪਦਾ ਰੋਡ ਮਾਰਚ ਕਰੋ, ਜਿੱਥੇ ਮਰਜ਼ੀ ਆਪਦੇ ਟਰੈਕਟਰ ਲੈ ਕੇ ਜਾਓ, ਪਰ ਆਹ ਪਾਸਾ ਛੱਡ ਦਿਓ। ਅਸੀਂ ਫਿਰ ਵੀ ਇੱਕ ਸਿਆਣਪ ਵਰਤੀ, ਜੇ ਅਸੀਂ ਉਹਨਾਂ ਦੇ ਕਹਿਣ ਤੇ ਪਟਿਆਲੇ ਦੇ ਵਿੱਚ ਚਲੇ ਜਾਂਦੇ ਘੱਟੋ ਘੱਟ 4 ਘੰਟੇ 5 ਘੰਟੇ ਲਈ ਟੋਟਲੀ ਸਾਰੀਆਂ ਸੜਕਾਂ ਬਲੌਕ ਹੋ ਜਾਣੀਆਂ ਸੀਗੀਆਂ, ਪਰ ਅਸੀਂ ਉੱਥੇ ਆਪਣੀ ਸਿਆਣਪ ਦਿਖਾਈ। ਅਸੀਂ ਉਦੋਂ ਬਾਅਦ ਪਿੱਛੇ ਗਏ ਆ ਜਦੋਂ ਸਾਨੂੰ ਇੱਥੇ ਰੋਕਿਆ ਗਿਆ। ਸਾਡਾ ਤਾਂ ਇੱਥੋਂ ਮਾਰਚ ਚੱਲਣਾ ਸੀ, ਅਰਾਊਂਡ ਜਿਹੜਾ ਮਹਿਲ ਹੈ ਉਹਦੇ ਚਾਰੋਂ ਪਾਸੇ ਜਾ ਕੇ ਅਸੀਂ ਆਪਦਾ ਉੱਥੇ ਵਾਈਪੀਐਸ ਚੌਂਕ ਬਹਿ ਜਾਣਾ ਸੀਗਾ, ਪਰ ਸਾਡੇ ਨਾਲ ਜਦੋਂ ਪ੍ਰਸ਼ਾਸਨ ਨੇ ਧੱਕਾਸ਼ਾਹੀ ਸ਼ੁਰੂ ਕਰਤੀ, ਸਾਨੂੰ ਸ਼ਹਿਰ ਵੱਲ ਧੱਕਣਾ ਸ਼ੁਰੂ ਕਰਤਾ, ਅਸੀਂ ਉਧਰ ਨਹੀਂ ਗਏ। ਮਜਬੂਰੀ ਦੇ ਵਿੱਚ ਜਦੋਂ ਸਾਡੇ ਕਿਸਾਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਾਡੇ 100 ਟਰੈਕਟਰ ਅੱਗੇ ਨਿਕਲ ਗਏ ਤਾਂ ਉਹਨਾਂ ਨੂੰ ਚੌਂਕ ਬੰਦ ਕਰਨੇ ਪਏ। ਉੱਥੇ ਵੀ ਪ੍ਰਸ਼ਾਸਨ ਦੀ ਇੱਕ ਬੜੀ ਵੱਡੀ ਨਲਾਇਕੀ ਹੈ, ਪਰਚੇ ਸਾਡੇ ਤੇ ਦਰਜ ਕਰ ਰਹੇ ਆ। ਉੱਥੇ ਪ੍ਰਸ਼ਾਸਨ ਦਾ ਇੱਕ ਅਧਿਕਾਰੀ ਵੀ ਨਹੀਂ ਸੀਗਾ, ਪ੍ਰਸ਼ਾਸਨ ਦੀ ਬਰਾਬਰ ਜ਼ਿੰਮੇਵਾਰੀ ਬਣਦੀ ਸੀ। ਕੋਈ ਉੱਥੇ ਪੁਲਿਸ ਦਾ ਅਧਿਕਾਰੀ ਤੁਸੀਂ ਕਿਤੇ ਦੇਖਿਆ ਹੋਵੇ, ਪ੍ਰੈਸ ਵਾਲੇ ਵੀਰਾਂ ਨੇ ਕੋਈ ਕੈਪਚਰ ਕੀਤਾ ਹੋਵੇ ਤਾਂ ਮੈਨੂੰ ਦੱਸ ਦਿਓ। ਸਾਰਾ ਜ਼ੋਰ ਮਹਿਲ ਵੱਲ ਲੱਗਿਆ ਹੋਇਆ ਸੀਗਾ, ਉਧਰ ਕੀ ਹੁੰਦਾ ਕੀ ਨਹੀਂ ਹੁੰਦਾ, ਐਂਬੂਲੈਂਸ ਰੁਕਦੀ ਹੈ ਨਹੀਂ ਰੁਕਦੀ, ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਉੱਥੇ। ਸਾਡੇ ਕਿਸਾਨਾਂ ਨੇ ਉੱਥੇ ਬਤੌਰ ਚੰਗੇ ਨਾਗਰਿਕ ਹੋਣ ਦੇ ਕੋਸ਼ਿਸ਼ ਕੀਤੀ ਆ, ਕਿਤੇ ਡਿਲੇ ਹੋ ਸਕਦਾ 1-ਅੱਧਾ ਸੈਕਿੰਡ ਹੋ ਗਿਆ ਹੋਵੇ, ਪਰ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਐਂਬੂਲੈਂਸ ਜਾਂ ਕੋਈ ਜਿਹੜੀ ਆਕਸੀਜਨ ਵਾਲੀ ਗੱਡੀ ਹੈ ਉਹ ਨਾ ਰੁਕ ਸਕੇ। ਕੀ ਤੁਹਾਨੂੰ ਲੱਗਦਾ ਨਹੀਂ ਸੀ ਵੀ ਜਿਵੇਂ ਬਾਕੀ ਸਾਰਾ ਤੇ ਪਟਿਆਲਾ ਸ਼ਹਿਰ ਘਿਰ ਚੁੱਕਿਆ ਸੀਗਾ ਜਾਂ ਇੱਧਰ ਮਹਿਲ ਵਾਲੀ ਸਾਈਡ ਸੀ, ਵੀ ਆਪਾਂ ਰਜਿੰਦਰਾ ਹਸਪਤਾਲ ਵਾਲਾ ਏਰੀਆ ਛੱਡ ਦਿੰਦੇ, ਵੀ ਜਿਹੜੀਆਂ ਮੋਰਚਰੀ ਵਿੱਚੋਂ ਡੈੱਡ ਬੋਡੀਆਂ ਆ ਰਹੀਆਂ ਸੀ ਉਹਨਾਂ ਨੂੰ ਕੋਈ ਦਿੱਕਤ ਨਾ ਹੁੰਦੀ? ਅਸੀਂ ਬਿਲਕੁਲ ਛੱਡਣਾ ਚਾਹੁੰਦੇ ਸੀ, ਪਰ ਜਿਹੜਾ ਪੁਲਿਸ ਨੇ ਅਤਿਆਚਾਰ ਸ਼ੁਰੂ ਕਰਤਾ ਸੀਗਾ, ਸਾਡੇ ਕਿਸਾਨਾਂ ਤੇ ਲਾਠੀ ਚਾਰਜ ਹੋਇਆ, ਪਰ ਉਹ ਕਹਿੰਦੇ ਨਹੀਂ ਸਾਡਾ ਅੰਦੋਲਨ ਕਾਮਯਾਬ ਹੋਣਾ ਚਾਹੀਦਾ, ਤੇ ਕਿਸੇ ਨੇ ਨਹੀਂ ਦਿਖਾਇਆ। ਜੇ ਤੁਸੀਂ ਹੁਣ ਮੈਨੂੰ ਕਹੋ ਤਾਂ ਮੈਂ ਬੱਚਿਆਂ ਨੂੰ ਬੁਲਾ ਕੇ ਦਿਖਾ ਵੀ ਸਕਦਾ। ਜਿੱਥੋਂ ਸਾਡੀ ਜਦੋਜਹਿਦ ਸ਼ੁਰੂ ਹੋਈ, ਮੇਰਾ ਟਰੈਕਟਰ ਤੋਂ ਸ਼ਾਂਤੀਪੂਰਵਕ ਨਿਕਲਿਆ, ਸਾਡੇ 5 ਟਰੈਕਟਰ ਨਿਕਲਿਆ, ਤੁਸੀਂ ਮੇਰੀ ਕਦੇ ਵੀਡੀਓ ਦੇਖ ਲਿਓ, ਕਿਤੇ ਕੋਈ ਉੱਥੇ ਬੈਰੀਗੇਟ ਨਹੀਂ ਸੀਗਾ, ਮੈਨੂੰ ਕਿਤੇ ਰੋਕਿਆ ਗਿਆ ਹੋਵੇ। ਉਸ ਤੋਂ ਬਾਅਦ ਜਦੋਂ ਬੈਰੀਗੇਟ ਕ੍ਰਾਸ ਹੋ ਗਏ ਤਾਂ ਜ਼ਬਰਦਸਤੀ ਚਾਬੀਆਂ, ਜ਼ਬਰਦਸਤੀ ਡੰਡੇ ਫਸਾਓ, ਫਿਰ ਇਹ ਤਾਂ ਅਤਿਆਚਾਰੀ ਹੈ, ਭੱਜੇ ਜਾਂਦਿਆਂ ਨੂੰ ਰੋਕਣਾ। ਸਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਤੁਸੀਂ 11 ਵਜੇ ਦਾ ਟਾਈਮ ਦਿੱਤਾ ਸੀ, ਲੇਕਿਨ 9 ਵਜੇ ਤੁਸੀਂ ਇਹ ਰੈਲੀ ਨੂੰ ਸ਼ੁਰੂਆਤ ਕਰ ਦਿੱਤੀ ਗਈ। ਦੇਖੋ ਜੀ, ਪ੍ਰਸ਼ਾਸਨ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਮੈਂ ਸ਼ਹਿਰ ਵੱਲ ਜਾਵਾਂ। ਇਹ ਦਿੱਲੀ ਵਾਲਾ ਐਪੀਸੋਡ ਹੋਣਾ ਸੀ ਇੱਥੇ, ਸਾਨੂੰ ਪਤਾ ਸੀਗਾ ਇਸ ਗੱਲ ਦਾ, ਤੇ ਪ੍ਰਸ਼ਾਸਨ ਦੀ ਜਿਹੜੀ ਮਨਸ਼ਾ ਬਿਲਕੁਲ ਕਲੀਅਰ ਕੱਟ ਸੀਗੀ ਵੀ ਅਸੀਂ ਸ਼ਹਿਰ 'ਚ ਜਾਈਏ ਤੇ ਸ਼ਹਿਰ ਵਾਸੀ ਸਾਡੇ ਨਾਲ ਨਾਰਾਜ਼ ਹੋਣ। ਸਾਡਾ ਟੀਚਾ 15 ਦਿਨ ਪਹਿਲਾਂ ਲਿਖਿਆ ਗਿਆ, ਤੁਸੀਂ ਸਾਰੀਆਂ ਰਿਪੋਰਟਸ ਚੈੱਕ ਕਰੋ ਜਾ ਕੇ, ਕੱਲੀ ਰਿਪੋਰਟ ਚੈੱਕ ਕਰੋ ਕਿ 15 ਦਿਨ ਪਹਿਲਾਂ ਟ੍ਰਿਬਿਊਨ ਦੇ ਵਿੱਚ, ਟਾਈਮਜ਼ ਆਫ ਇੰਡੀਆ ਦੇ ਵਿੱਚ ਨਿਊਜ਼ ਲੱਗੀ ਹੈ ਕਿ ਜਿਹੜਾ ਕੈਪਟਨ ਦਾ ਘਰਾ ਹੋਣਾ। ਜਦੋਂ ਅਸੀਂ ਇੱਕ ਡਿਸੀਜਨ ਲੈ ਚੁੱਕੇ ਹਾਂ, ਤੁਸੀਂ ਉਧਰ ਗੌਰ ਕਰੋ, ਸਾਡਾ ਜਿਹੜਾ ਤੁਸੀਂ ਟਾਰਗੇਟ ਆ ਦੂਜੇ ਪਾਸੇ ਕਿਉਂ ਕਰਕੇ ਜਾਂਦੇ? ਸਾਡਾ ਰੌਲਾ ਕੈਪਟਨ ਸਰਕਾਰ ਨਾਲ ਹੈ ਤੇ ਸਾਡਾ ਪਬਲਿਕ ਨਾਲ ਕੋਈ ਇੱਥੇ ਰੌਲਾ ਨਹੀਂ ਸੀਗਾ, ਸਾਨੂੰ ਦੂਜੇ ਪਾਸੇ ਮੋੜਿਆ ਜਾ ਰਿਹਾ ਸੀ, ਅਸੀਂ ਨਹੀਂ ਮੁੜੇ। ਹੁਣ ਤੁਸੀਂ ਕੀ ਮੰਗ ਰੱਖਦੇ ਹੋ? ਸਾਨੂੰ 4 ਤਰੀਕ ਦੀ ਮੀਟਿੰਗ ਦਿੱਤੀ ਹੈ, ਹੋਣੀ ਨਾ ਹੋਣੀ ਪਤਾ ਨਹੀਂ, ਤੇ ਉਹਦੇ ਕਰਕੇ ਅਸੀਂ ਟਿਕੇ ਬੈਠੇ ਹਾਂ। ਸਾਡੀਆਂ 2 ਦਿਹਾੜੀਆਂ ਤਾਂ ਲਵਾਤੀਆਂ ਇਹਨਾਂ ਨੇ। ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਸੀ ਵੀ ਤੁਸੀਂ ਸ਼ਾਂਤੀਪੂਰਵਕ ਢੰਗ ਨਾਲ ਬਹਿ ਜਾਓ ਵਾਈਪੀਐਸ ਚੌਂਕ ਤੇ, ਇੱਥੇ ਅਸੀਂ ਬੈਠ ਗਏ। ਸਾਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡਾ ਪਾਣੀ ਦਾ ਪ੍ਰਬੰਧ ਕਰਕੇ ਦੇਵਾਂਗੇ, ਤੁਹਾਡੇ ਟਾਇਲਟਸ ਦਾ ਪ੍ਰਬੰਧ ਕਰਕੇ ਦੇਵਾਂਗੇ, ਪਰ ਮੈਂ ਅਫਸਰਾਂ ਨਾਲ 2-3 ਵਾਰ ਜ਼ਿਕਰ ਕੀਤਾ, ਕੋਈ ਮਤਲਬ ਨਹੀਂ। ਚਲੋ ਦੇਖਦੇ ਆ, ਜੰਗ ਜਾਰੀ 4 ਤਾਰੀਖ ਦੀ ਮੀਟਿੰਗ ਤੋਂ ਬਾਅਦ ਤੁਹਾਡੀ ਕੀ ਰਣਨੀਤੀ, ਅਗਰ ਨਾ ਬਣੇ ਤਾਂ ਲੱਗ ਕੀ ਰਹੇਗੀ ਰਣਨੀਤੀ ਤੁਹਾਡੀ? ਇਹ ਜਦੋਂ ਮੀਟਿੰਗ ਦਾ ਜਿਹੜਾ ਅਸਰ ਹੋਊਗਾ, ਜੇ ਪੋਜ਼ਿਟਿਵ ਹੋਊਗਾ ਅਸੀਂ ਆ ਕੇ ਪੋਜ਼ਿਟਿਵ ਕਹਾਂਗੇ, ਜੇ ਨੈਗੇਟਿਵ ਹੋਊਗਾ ਤਾਂ ਨੈਗੇਟਿਵ ਕਹਾਂਗੇ, ਕਿਉਂਕਿ ਸਾਡੀ ਕੋਈ ਮੰਗ ਨਜਾਇਜ਼ ਨਹੀਂ। ਜਿਹੜੇ ਕਿਸਾਨ ਇੰਨੇ ਮੇਰੇ ਮਗਰ ਬੈਠੇ ਆ ਤੇ ਮੇਰੇ ਨਾਲ ਬੈਠੇ ਆ, ਪਟਿਆਲੇ ਤੋਂ, ਮੋਗੇ ਤੋਂ, ਬਠਿੰਡੇ ਤੋਂ ਸਾਰੇ ਬਾਈ ਹੁਣੀ ਖੜੇ ਆ, ਰੋਪੜ ਤੋਂ ਸਾਰੇ ਪ੍ਰਧਾਨ ਸਾਹਿਬ ਖੜੇ ਆ ਇੱਥੇ, ਕਿਉਂਕਿ ਸਾਡੇ 2 ਜਗ੍ਹਾ ਤੇ ਕਿਸਾਨ ਵੰਡੇ ਹੋਏ ਆ, ਵਾਈਪੀਐਸ ਚੌਂਕ ਤੇ ਇੱਥੇ ਕੁਝ ਪ੍ਰਧਾਨ ਉੱਧਰ ਜ਼ਿੰਮੇਵਾਰੀ ਲੈ ਰਹੇ ਆ, ਕੁਝ ਪ੍ਰਧਾਨ ਇੱਧਰ ਲੈ ਰਹੇ ਆ। ਅਸੀਂ ਨਾਲ ਦੀ ਨਾਲ ਉੱਥੇ ਫੈਸਲਾ ਲਵਾਂਗੇ ਕਿ ਸਾਡਾ ਜਿਹੜਾ ਐਕਸ਼ਨ ਪਲਾਨ ਕੀ ਹੋਣਾ ਚਾਹੀਦਾ। ਅਸੀਂ ਅਣਮਿੱਥੇ ਸਮੇਂ ਲਈ ਇੱਥੇ ਆਏ ਆ, ਸਾਡਾ ਕੋਈ ਮਨਸ਼ਾ ਨਹੀਂ ਕਿ ਅਸੀਂ ਉਦੋਂ ਪਹਿਲਾਂ ਇੱਥੋਂ ਵਾਪਸ ਮੁੜਾਂਗੇ। ਐਕਸਪ੍ਰੈਸ ਮੁੱਦੇ ਦੇ ਉੱਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਸੇ ਪਾਰਟੀ ਦੇ ਨੁਮਾਇੰਦੇ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਜੀ ਇਸ ਤੋਂ ਪਹਿਲਾਂ? ਬਿਲਕੁਲ ਕੀਤੀ ਹੈ। ਕੱਲ ਬੀਜੇਪੀ ਦੇ ਹੈ ਮਿਸਟਰ ਢਿੱਲੋਂ, ਮੈਂ ਇੱਥੇ ਬੈਠਾ ਸੀਗਾ, ਮੈਨੂੰ ਨਹੀਂ ਪਤਾ ਸੀ ਉਹਨਾਂ ਦਾ ਘਰ ਬਿਲਕੁਲ ਨਾਲ ਹੈ। ਮੈਂ ਟੈਲੀਫੋਨ ਤੇ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਤੁਹਾਡਾ ਮੁੱਦਾ ਕੀ ਹੈ ਸਾਨੂੰ ਦੱਸੋ। ਮੈਂ ਕਿਹਾ ਜੀ ਸਾਡਾ ਮੁੱਦਾ ਹੈ, ਪੰਜਾਬ ਸਰਕਾਰ ਕਹਿ ਦਿੰਦੀ ਹੈ ਕਿ ਸੈਂਟਰ ਨਾਲ ਹੈ, ਸੈਂਟਰ ਸਰਕਾਰ ਕਹਿੰਦੀ ਹੈ ਪੰਜਾਬ ਨਾਲ ਹੈ, ਅਸੀਂ ਕਨਫਿਊਜ਼ਨ ਦੇ ਵਿੱਚ ਹੈ। ਮੇਰੀ ਇੰਨੀ ਔਕਾਤ ਨਹੀਂ ਕਿ ਮੈਂ ਦਿੱਲੀ ਜਾ ਕੇ, ਦਿੱਲੀ ਮੈਂ ਤਾਂ ਇੱਕ ਆਮ ਘਰੋਂ ਕਿਸਾਨ ਹੈ ਕਿ ਮੈਂ ਦਿੱਲੀ ਗਡਕਰੀ ਜੀ ਨਾਲ ਮੀਟਿੰਗ ਕਰਾਂ ਜਾਂ ਮੈਂ ਕਿਸੇ ਹੋਰ ਨਾਲ ਮੀਟਿੰਗ ਕਰਾਂ। ਸਾਨੂੰ ਤਾਂ ਡੁੱਬਦੇ ਨੂੰ ਕਿਣਕੇ ਦਾ ਸਹਾਰਾ। ਜਦੋਂ ਸਾਨੂੰ ਟੈਲੀਫੋਨ ਆਇਆ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਡੀ ਗਡਕਰੀ ਨਾਲ ਮੀਟਿੰਗ ਕਰਾ ਦੇਣਾ, ਸਾਨੂੰ ਆਪਦਾ ਮੁੱਦਾ ਦੱਸੋ, ਤੇ ਅਸੀਂ ਆਪਦਾ ਮੁੱਦਾ ਦੱਸ ਕੇ ਉਹਨਾਂ ਨੂੰ ਆ ਗਏ। ਮੀਟਿੰਗ ਕਰਾ ਦੇਣਗੇ ਵਾਹ ਭਲੀ, ਤੇ ਜੇ ਨਹੀਂ ਕਰਾ ਦੇਣਗੇ ਜਿਵੇਂ ਦੂਜੇ ਸੀ ਉਵੇਂ ਹੈ। ਇਹ ਨਹੀਂ ਬੜੇ ਲੀਡਰ ਆਏ ਆ ਸਾਡੇ ਕੋਲੇ, ਬੜੇ ਸਾਡੇ ਤੇ ਰੋਟੀਆਂ ਸੇਕੀਆਂ ਗਈਆਂ, ਬੜੀਆਂ ਆ ਕੇ ਫੋਟੋਆਂ ਖਿਚਾ ਕੇ ਗਏ ਆ ਤੇ ਮੁੜ ਕੇ ਕਿਸੇ ਨੇ ਪੁੱਛਿਆ ਨਹੀਂ। ਮੈਂ ਇਹਨਾਂ ਨੂੰ ਸਾਫ਼ ਕਹਿਤਾ, ਮੈਂ ਕਿਹਾ ਬੜਿਆਂ ਨੇ ਕਹਿਤਾ ਗਡਕਰੀ ਨਾਲ ਮੀਟਿੰਗ ਹੋਊ ਤੇ ਤੈਨੂੰ ਵੀ ਪਰਖ ਕੇ ਦੇਖ ਲੈਣੇ ਪ੍ਰਧਾਨ। ਕਿਤੇ ਨਾ ਕਿਤੇ ਦੇਖਿਆ ਦਿੱਲੀ ਕਿਸਾਨਾਂ ਦਾ ਅੜਿਆ ਪਿਆ ਕਿ ਜਿਨ੍ਹਾਂ ਨੇ ਵੀ ਗੱਲ ਕਰਨੀ ਹੈ ਸੰਘਰਸ਼ ਹੋਈ, ਲੇਕਿਨ ਤੁਸੀਂ ਬੀਜੇਪੀ ਦੇ ਘਰ ਜਾ ਕੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਵੱਡੀਆਂ ਜਥੇਬੰਦੀਆਂ ਨੇ ਵੀ ਮੀਟਿੰਗਾਂ ਕੀਤੀਆਂ ਪਾਰਟੀਆਂ ਦੇ ਨਾਲ, ਉਹਨਾਂ ਦੀ ਪਹੁੰਚ ਹੈਗੀ ਹੈ ਕਿਉਂਕਿ ਬੜੇ ਪੁਰਾਣੀਆਂ ਜਥੇਬੰਦੀਆਂ, ਸਾਡੀ ਨਵੀਂ ਜਥੇਬੰਦੀ ਹੈ, ਸਾਨੂੰ ਤਾਂ ਕੋਈ ਪੌੜੀ ਚਾਹੀਦੀ ਹੈ ਤੇ ਲੈ ਕੇ ਜਾਓ। ਸਾਡੀ ਕੋਈ ਸਾਡੀ ਬੀਜੇਪੀ ਨਾਲ ਕੋਈ ਸੰਬੰਧ ਨਹੀਂਗਾ।
ਮੈਂ ਤਾਂ ਸਾਫ਼ ਕਹਿਤਾ ਉਹਨਾਂ ਨੂੰ ਬਤੌਰ ਕਿਸਾਨ ਸਾਡੀ ਮਦਦ ਕਰਨੀ ਹੈ ਕਰੋ, ਬਤੌਰ ਬੀਜੇਪੀ ਲੀਡਰ ਜੇ ਤੁਸੀਂ ਕਹੋ ਕਿ ਸਾਡੀ ਮਦਦ ਕਰਦੇ ਹੋ ਤੇ ਮੈਂ ਬੀਜੇਪੀ ਦੀ ਦੂਜੇ ਅੰਦੋਲਨ ਦੇ ਵਿੱਚ ਕੋਈ ਸਪੋਰਟ ਕਰੂੰਗਾ, ਉਹ ਸਾਡੇ ਹੱਥ ਖੜੇ ਆ। ਤੁਹਾਨੂੰ ਕੀ ਲੱਗਦਾ ਸਰ ਮੀਟਿੰਗ ਦਾ ਕੋਈ ਹਿੱਲਾ ਨਿਕਲੇਗਾ ਬੀਜੇਪੀ ਵਰਕਰਾਂ ਨਾਲ ਤੁਸੀਂ ਗੱਲ ਕਰਕੇ? ਕੋਸ਼ਿਸ਼ ਕਰ ਰਹੇ ਆ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਨੇ ਸਾਨੂੰ ਕੀ ਕਹਿਣਾ ਹੈ। 4 ਤਰੀਕ ਨੂੰ ਜਦੋਂ ਪੰਜਾਬ ਸਰਕਾਰ ਦਾ ਜਿਹੜਾ ਜਵਾਬ ਹੋਊਗਾ ਉਹਦੇ ਅਕੋਰਡਿੰਗ ਸਾਡੀ ਜਿਹੜਾ ਨੈਕਸਟ ਪਲਾਨ ਸਾਡੀ ਤਿਆਰ ਹੋਣੀ ਚਾਹੀਦੀ ਹੈ, ਕਿਉਂਕਿ ਮੈਂ ਚਾਹੁੰਦਾ ਸ਼ੁਰੂ ਤੋਂ ਕਿ ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੀ ਕਿ ਸਾਡੀ ਸੈਂਟਰ ਸਰਕਾਰ ਨਾਲ ਬਿਠਾ ਕੇ ਮੀਟਿੰਗ ਕਰਾਉਂਦੀ। ਇਹ ਦੋਨਾਂ ਨੂੰ ਅਲੱਗ-ਅਲੱਗ ਰੱਖਣਾ ਚਾਹੁੰਦੀ ਹੈ। ਪੰਜਾਬ ਸਰਕਾਰ ਸਾਨੂੰ ਉੱਧਰ ਨਹੀਂ ਜਾਣਾ ਚਾਹੁੰਦੀ, ਜਾਣ ਦੇਣਾ ਚਾਹੁੰਦੀ, ਤੇ ਜਿਹੜੀ ਸੈਂਟਰ ਸਰਕਾਰ ਆ ਉਹ ਇੱਧਰ ਨਹੀਂ ਆਉਣ ਬਸ ਇਹ ਵਿਚਾਲੇ ਸਾਨੂੰ ਫੁੱਟਬਾਲ ਬਣਾਈ ਵੀ ਹੈ ਤੇ ਸਾਨੂੰ ਦੋਨੋਂ ਪਾਸੇ ਜਾਣਾ ਪਊਗਾ ਜੇ ਅਸੀਂ ਫੈਸਲੇ ਕਰਨੇ ਤੇ ਨਿਬੇੜਨਾ।